गुड मॉर्निंग स्टूडेंट्स। क्लास 10th सब्जैक्ट पंजाबी। बेटा अज आप 8 ਸਾਹਿਤੀ किरना बुक का 8th चैप्टर करांगे कुख दी आवाज़, जिस लेखक का नाम की है डॉक्टर दविंदर बीबी पूरिया। बेटा सब तो पहला हरेक कविता के हरेक पाठ के लेखक का नाम याद करना बहुत जरूरी है। ना कोई खेड़ खिडौना मंगा, पालने दे विच ना सोना मंगा, इको मंग मेरी पूरी कर दे, मिंता कर कर हारी माँ, नहीं मंगदी मैं लोरी तेथों, जन्म तां दे एक वारी माँ। सब तो पहला की है बेटा आप प्रसंग लिखते हैं। एक काफ सतरा ਜਾਂ एक काफ टोटा साड़ी पंजाबी की पाठ पुस्तक ਸਾਹਿਤਿਕ किरना 2 ਵਿੱਚ दर्ज डॉक्टर दविंदर पूरिया की कविता कुख की आवाज़ विचों लईਆਂ गईਆਂ ਹਨ। इस विच की दस्सिया गया है, कवि ने भ्रूण हत्या ਨੂੰ रोकण बारे दस्सिया गया है कि पेट दे कि ਉਹ ਮਾਂ ਦੇ ਕੁੱਖ ਵਿੱਚ ਅਣਜੰਮੀ ਧੀ ਆਪਣੇ ਮਾਪਿਆਂ ਨੂੰ ਕਹਿ ਰਹੀ ਹੈ ਕਿ ਉਹ ਉਸ ਨੂੰ ਧਰਤੀ 'ਤੇ ਆਉਣ ਦਾ ਇੱਕ ਵਾਰੀ ਮੌਕਾ ਤਾਂ ਦੇਵੇ। ਉਹ ਆਪਣੇ ਸਾਰੇ ਫਰਜ਼ ਖੁਦ ਆਪਣੀ ਸਾਰੀ ਜ਼ਿੰਮੇਵਾਰੀ ਖੁਦ ਨਿਭਾਏਗੀ। ਉਹ ਵਾਅਦਾ ਕਰਦੀ ਹੈ ਕਿ ਉਹ ਤੁਹਾਡੇ 'ਤੇ ਬੋਝ ਨਹੀਂ ਬਣੇਗੀ। ਇਹਨਾਂ ਲਈ ਇਹਨਾਂ ਵਿਆਖਿਆ ਕੀ ਕਹਿੰਦਾ ਕਵੀ, ਅਣਜੰਮੀ ਧੀ ਹੈ ਜਿਹੜੀ ਆਪਣੀ ਮਾਂ ਪਿਓ ਨੂੰ ਕਹਿੰਦੀ ਹੈ, ਆਪਣੇ ਮਾਪਿਆਂ ਨੂੰ ਕਹਿ ਰਹੀ ਹੈ, ਨਾ ਮੈਂ ਕੋਈ ਖੇਡ ਮੰਗਾ, ਨਾ ਮੈਂ ਤੇਥੋਂ ਕੋਈ ਖਿਡੌਣਾ ਮੰਗਾ, ਨਾ ਹੀ ਮੈਂ ਪਾਲਣੇ ਦੇ ਵਿੱਚ ਤੇਥੋਂ ਸੋਨਾ ਮੰਗਾ, ਪਰੰਤੂ ਬਸ ਮੇਰੀ ਇੱਕੋ ਇੱਕ ਮੰਗ ਪੂਰੀ ਕਰ ਦੇ। ਉਹ ਆਪਣੀ ਮਾਂ ਅੱਗੇ ਤਰਲੇ ਮਿੰਨਤਾਂ ਕਰ ਰਹੀ ਹੈ ਕਿ ਮੇਰੀ ਇੱਕੋ ਇੱਕ ਮੰਗ ਪੂਰੀ ਕਰ ਦੇ, ਮੈਨੂੰ ਇਸ ਧਰਤੀ ਦੇ ਉੱਤੇ, ਮੈਨੂੰ ਇਸ ਸੰਸਾਰ ਦੇ ਵਿੱਚ ਇੱਕ ਵਾਰੀ ਜਨਮ ਤਾਂ ਲੈ ਲੈਂਦੇ। ਨਹੀਂ ਮੰਗਦੀ ਮੈਂ ਲੋਰੀ ਤੇਥੋਂ, ਮੈਂ ਤੇਥੋਂ ਸੌਣ ਲੱਗੇ ਲੋਰੀ ਨਹੀਂ ਮੰਗਦੀ, ਬਸ ਇੱਕ ਵਾਰੀ ਮੈਂ ਇੱਥੇ ਇਸ ਧਰਤੀ 'ਤੇ ਆਉਣਾ ਚਾਹੁੰਦੀ ਹਾਂ। ਉਹ ਆਪਣੀ ਮਾਂ ਨੂੰ ਤਰਲੇ ਮਿੰਨਤਾਂ ਕਰ ਕਰਕੇ ਥੱਕ ਹਾਰ ਗਈ ਹਾਂ। ਲਾਡੋ ਕਹਿ ਕੇ ਸੱਦ ਲਵੀਂ, ਭਾਵੇਂ ਗੋਦੀ ਵਿੱਚ ਬਿਠਾਵੀਂ ਨਾ, ਇੰਨੇ ਨਾਲ ਹੀ ਠੰਡ ਪੈ ਜਾਊ, ਭਾਵੇਂ ਛਾਤੀ ਨਾਲ ਲਗਾਵੀਂ ਨਾ, ਨਾਲ ਵਿਆਜ ਦੇ ਮੋੜ ਦੇਵਾਂਗੀ ਇਹ ਖੁਸ਼ੀ ਉਧਾਰੀ ਮਾਂ, ਨਹੀਂ ਮੰਗਦੀ ਮੈਂ ਤੇਥੋਂ ਲੋਰੀ ਤੇਥੋਂ, ਜਨਮ ਤਾਂ ਦੇ ਇੱਕ ਵਾਰੀ ਮਾਂ। ਪ੍ਰਸੰਗ ਸੇਮ ਆ ਜਾਏਗਾ ਬੇਟਾ। ਵਿਆਖਿਆ ਇਹਨਾਂ ਲਾਈਨਾਂ ਵਿੱਚ ਕਵੀ ਕੀ ਕਹਿੰਦਾ, ਕਹਿੰਦਾ ਮੈਨੂੰ ਕਵੀ ਅਣਜੰਮੀ ਧੀ ਹੈ ਜਿਹੜੀ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਲਾਡੋ ਕਹਿ ਕੇ, ਇੱਕ ਵਾਰੀ ਮੈਨੂੰ ਲਾਡੋ ਕਹਿ ਕੇ ਸੱਦ ਲਵੀਂ, ਭਾਵੇਂ ਆਪਣੀ ਤੂੰ ਗੋਦੀ ਵਿੱਚ ਨਾ ਬਿਠਾਈ, ਇਸ ਨਾਲ ਹੀ ਮੇਰੇ ਕਾਲਜੇ ਵਿੱਚ ਠੰਡ ਪੈ ਜਾਵੇਗੀ, ਭਾਵੇਂ ਤੂੰ ਮੈਨੂੰ ਆਪਣੀ ਛਾਤੀ ਨਾਲ ਵੀ ਨਾ ਲਗਾਵੀਂ। ਮੈਂ ਤੇਥੋਂ ਇੰਨੀ ਕੁ ਖੁਸ਼ੀ ਉਧਾਰ ਮੰਗ ਰਹੀ ਹਾਂ ਜੋ ਕਿ ਮੈਂ ਤੈਨੂੰ ਵਿਆਜ ਦੇ ਸਮੇਤ ਮੋੜ ਦੇਵਾਂਗੀ। ਭਾਵ ਮੈਂ ਤੈਨੂੰ ਆਪਣੇ ਜਨਮ ਤੋਂ ਬਾਅਦ ਤੈਨੂੰ ਢੇਰ ਸਾਰੀਆਂ ਖੁਸ਼ੀਆਂ ਦੇ ਕੇ ਸਾਰਾ ਕੁਛ ਵਿਆਜ ਸਹਿਤ ਮੋੜ ਦੇਵਾਂਗੀ। ਮੈਂ ਤੇ ਤੋਂ ਹੋਰ ਕੁਝ ਨਹੀਂ ਮੰਗਦੀ, ਮੈਨੂੰ ਇੱਕ ਵਾਰੀ ਜਨਮ ਤਾਂ ਦੇ ਦੇ। ਬਾਪੂ ਨੂੰ ਸਮਝਾ ਕੇ ਦੇਖੀ, ਹੱਥ ਜੋੜ ਵਾਸਤੇ ਪਾਉਂਦੀ ਹਾਂ, ਕੈਸੀ ਲੱਗਦੀ ਰੱਬ ਦੀ ਦੁਨੀਆ, ਬਸ ਇਹ ਤੱਕਣਾ ਚਾਹੁੰਦੀ ਹਾਂ, ਕੈਸਾ ਹੁੰਦਾ ਬਾਬਲ ਪਿਆਰਾ, ਕੈਸੀ ਹੁੰਦੀ ਪਿਆਰੀ ਮਾਂ, ਨਹੀਂ ਮੰਗਦੀ ਮੈਂ ਲੋਰੀ ਤੇਥੋਂ, ਇੱਕ ਵਾਰੀ ਜਨਮ ਤਾਂ ਦੇ ਮਾਂ। ਇਹਨਾਂ ਸਤਰਾਂ ਵਿੱਚ ਕਵੀ ਕੀ ਕਹਿੰਦਾ, ਅਣਜੰਮੀ ਧੀ ਹੈ ਜਿਹੜੀ ਆਪਣੀ ਮਾਂ ਨੂੰ ਕੀ ਕਹਿੰਦੀ ਹੈ ਕਿ ਮੈਂ ਤੇਰੇ ਮੂਹਰੇ ਹੱਥ ਜੋੜ ਕੇ ਵਾਸਤਾ ਪਾਉਂਦੀ ਹਾਂ, ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦੀ ਹਾਂ ਕਿ ਤੂੰ ਇੱਕ ਵਾਰੀ ਮੇਰੇ ਬਾਪੂ ਨੂੰ ਸਮਝਾ ਕੇ ਤਾਂ ਵੇਖ, ਇੱਕ ਵਾਰੀ ਉਸ ਤੱਕ ਮੇਰੀ ਬੇਨਤੀ ਤਾਂ ਪਹੁੰਚਾ। ਮੈਂ ਬਸ ਕੈਸੀ ਲੱਗਦੀ ਰੱਬ ਦੀ ਦੁਨੀਆ, ਬਸ ਮੈਂ ਤਾਂ ਇਹ ਵੇਖਣਾ ਚਾਹੁੰਦੀ ਹਾਂ ਕਿ ਰੱਬ ਦੀ ਦੁਨੀਆ ਕੈਸੀ ਲੱਗਦੀ ਹੈ, ਬਸ ਇਹ ਦੇਖਣਾ ਜਿਹੜੀ ਪਰਮਾਤਮਾ ਦੀ ਸਿਰਜੀ ਹੋਈ ਧਰਤੀ ਹੈ, ਪਰਮਾਤਮਾ ਦੀ ਸਿਰਜੀ ਹੋਈ ਬਣਾਈ ਹੋਈ ਦੁਨੀਆ ਹੈ, ਕਿਹੋ ਜਿਹੀ ਲੱਗਦੀ ਹੈ। ਕੈਸਾ ਹੁੰਦਾ ਬਾਬਲ ਪਿਆਰਾ, ਕੈਸੀ ਹੁੰਦੀ ਪਿਆਰੀ ਮਾਂ। ਉਹ ਉਹਦੀ ਮਾਂ ਨੂੰ ਤਰਲੇ ਮਿੰਨਤਾਂ ਕਰਦੀ ਹੋਈ ਕੀ ਕਹਿੰਦੀ ਹੈ ਕਿ ਮੈਂ ਤਾਂ ਬਸ ਇਹੀ ਵੇਖਣਾ ਚਾਹੁੰਦੀ ਹਾਂ ਕਿ ਕਿਵੇਂ ਪਿਤਾ ਦਾ ਪਿਆਰ ਹੁੰਦਾ ਹੈ, ਕਿਵੇਂ ਮਾਂ ਦਾ ਪਿਆਰ ਕਿਹੋ ਜਿਹਾ ਹੁੰਦਾ ਹੈ। ਮੈਂ ਤੇਰੇ ਕੋਲੋਂ ਕਿਸੇ ਵੀ ਲੋਰੀ ਦੀ ਮੰਗ ਨਹੀਂ ਕਰਦੀ, ਬਸ ਇੱਕ ਵਾਰੀ ਮੈਨੂੰ ਜਨਮ ਦੇ ਦੇ। ਕਿੰਨੀ ਛੇਤੀ ਸੋਚ ਲਿਆ ਤੂੰ ਧੀ ਨੂੰ ਕਿਵੇਂ ਵਿਆਹਾਂਗੀ, ਇਹ ਨਹੀਂ ਸੋਚਿਆ ਵੀਰ ਮੇਰੇ ਨੂੰ ਰੱਖੜੀ ਕਿੰਜ ਬਣਵਾਵਾਂਗੀ, ਪਲ ਵਿੱਚ ਪੱਤਾ ਪੱਤਾ ਹੋ ਜੂ ਫੁੱਲਾਂ ਦੀ ਫੁਲਵਾੜੀ ਮਾਂ, ਨਹੀਂ ਮੰਗਦੀ ਮੈਂ ਲੋਰੀ ਤੇਥੋਂ, ਇੱਕ ਵਾਰੀ ਜਨਮ ਤਾਂ ਦੇ ਇੱਕ ਵਾਰੀ ਮਾਂ। ਇਹਨਾਂ ਲਾਈਨਾਂ ਵਿੱਚ ਕਵੀ ਕੀ ਕਹਿੰਦਾ ਹੈ, ਉਹ ਅਣਜੰਮੀ ਧੀ ਆਪਣੀ ਮਾਂ ਨੂੰ ਕੀ ਕਹਿੰਦੀ ਹੈ ਕਿ ਕਹਿੰਦੀ ਕਿੰਨੀ ਜਲਦੀ ਤੂੰ ਮੇਰੇ ਬਾਰੇ ਸੋਚ ਲਿਆ, ਤੂੰ ਆਪਣੀ ਧੀ ਦੀ ਆਉਣ ਬਾਰੇ ਸੋਚ ਕੇ ਪਹਿਲਾਂ ਹੀ ਇਹ ਸੋਚ ਲਿਆ ਕਿ ਉਸਨੂੰ ਵਿਆਹਾਂਗੀ ਕਿਵੇਂ, ਉਸਨੂੰ ਧੀ ਨੂੰ ਵਿਆਹੁਣਾ ਕਿਵੇਂ ਹੈ, ਪਰੰਤੂ ਤੂੰ ਇਹ ਨਹੀਂ ਸੋਚਿਆ, ਤੂੰ ਕਦੇ ਇਹ ਵੀ ਨਹੀਂ ਸੋਚਿਆ ਕਿ ਜਦੋਂ ਰੱਖੜੀ ਦਾ ਤਿਉਹਾਰ ਆਵੇਗਾ ਤਾਂ ਤੂੰ ਮੇਰੇ ਵੀਰ ਨੂੰ ਰੱਖੜੀ ਕਿਸ ਕੋਲੋਂ ਬਣਵਾਏਂਗੀ। ਪਲ ਵਿੱਚ ਪੱਤਾ ਪੱਤਾ ਹੋ ਜੂ ਫੁੱਲਾਂ ਦੀ ਫੁਲਵਾੜੀ ਮਾਂ, ਜਦੋਂ ਰੱਖੜੀ ਦਾ ਦਿਨ ਆਵੇਗਾ ਤਾਂ ਤੇਰੇ ਪੁੱਤ ਦੀਆਂ ਰੀਝਾਂ ਅਧੂਰੀਆਂ ਰਹਿ ਜਾਣਗੀਆਂ, ਤਾਂ ਫਿਰ ਪਲਾਂ ਵਿੱਚ ਹੀ ਤੇਰੇ ਪਰਿਵਾਰ ਦੀਆਂ ਖੁਸ਼ੀਆਂ ਜਿਹੜੀਆਂ ਉੱਡ ਪੁੱਡ ਜਾਣਗੀਆਂ। ਉਹ ਆਪਣੀ ਮਾਂ ਨੂੰ ਕੀ ਕਹਿੰਦੀ ਹੈ, ਕਹਿੰਦੀ ਚਾਹੇ ਤੂੰ ਮੈਨੂੰ ਲੋਰੀ ਨਾ ਦੇਵੀਂ, ਪਰੰਤੂ ਮੈਨੂੰ ਇੱਕ ਵਾਰੀ ਇਸ ਦੁਨੀਆ 'ਤੇ ਆਉਣ 'ਤੇ ਮੌਕਾ ਤਾਂ ਦੇ। ਬਾਬਲ ਮੈਂ ਨਹੀਂ ਕਰਦੀ ਖਰਚੇ ਤੋਂ ਕਿਉਂ ਡਰਦਾ ਏ, ਕੰਨਿਆ ਦਾਨ ਕਰਨ ਵੇਲੇ ਕਿਉਂ ਕੰਨਿਆ ਹੱਤਿਆ ਕਰਦਾ ਏ, ਕਿਸ ਸਹੇਲੀ ਤੋਂ ਮੰਗ ਕੇ ਪੜ੍ਹ ਲੂੰ ਕਿਤਾਬਾਂ ਉਧਾਰ ਮਾਂ, ਨਹੀਂ ਮੰਗਦੀ ਮੈਂ ਲੋਰੀ ਤੇਥੋਂ, ਜਨਮ ਤਾਂ ਦੇ ਇੱਕ ਵਾਰੀ ਮਾਂ।
ਇਹਨਾਂ ਲਾਈਨਾਂ ਵਿੱਚ ਕਵੀ ਕੀ ਕਹਿੰਦਾ ਹੈ? ਅਣਜੰਮੀ ਧੀ ਆਪਣੇ ਪਿਤਾ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਬਾਵਲ ਕਿਹੇ ਪਿਤਾ, ਮੈਂ ਤੇਰਾ ਖਰਚਾ ਨਹੀਂ ਕਰਵਾਉਂਦੀ, ਕਿਉਂ ਖਰਚੇ ਤੋਂ ਡਰਦੇ ਹੋ? ਮੈਂ ਤੁਹਾਡਾ ਕੋਈ ਖਰਚਾ ਨਹੀਂ ਕਰਵਾਵਾਂਗੀ। ਕੰਨਿਆ ਦਾਨ ਕਰਨ ਵਾਲੇ ਕਿਉਂ ਕੰਨਿਆ ਹੱਤਿਆ ਕਰਦਾ ਹੈ? ਕਹਿੰਦੀ ਜੋ ਪਿਤਾ ਕੰਨਿਆ ਦਾਨ ਕਰਦਾ ਹੈ ਉਹੀ ਕੰਨਿਆ ਹੱਤਿਆ ਦੇ ਰਾਹ ਕਿਉਂ ਪੈ ਰਿਹਾ ਹੈ? ਜੋ ਇੱਕ ਪਿਤਾ ਕੰਨਿਆ ਦਾਨ ਕਰਦਾ ਹੈ ਉਹੀ ਪਿਤਾ ਕੰਨਿਆ ਹੱਤਿਆ ਦੇ ਰਾਹ 'ਤੇ ਕਿਉਂ ਪੈ ਗਿਆ ਹੈ? ਮੈਂ ਕਿਸੇ ਸਹੇਲੀ ਦੇ ਮੰਗ ਕੇ ਪੜ੍ਹ ਲੂੰ ਕਿਤਾਬਾਂ ਉਧਾਰੀ। ਮਾਂ ਉਹਦੀ ਮਾਂ ਨੂੰ ਕੀ ਕਹਿ ਰਹੀ ਹੈ? ਕਹਿੰਦੀ ਮੈਂ ਤੁਹਾਡਾ ਕਿਤਾਬਾਂ 'ਤੇ ਖਰਚਾ ਨਹੀਂ ਕਰਵਾਵਾਂਗੀ, ਮੈਂ ਆਪਦੀ ਸਹੇਲੀ ਤੋਂ ਮੰਗ ਕੇ ਕਿਤਾਬਾਂ ਪੜ੍ਹ ਲਵਾਂਗੀ, ਤੁਸੀਂ ਚਿੰਤਾ ਨਾ ਕਰੋ। ਉਹ ਆਪਣੀ ਮਾਂ ਨੂੰ ਤਰਲਾ ਪਾਉਂਦੀ ਹੋਈ ਕਹਿੰਦੀ ਹੈ, ਇੱਕ ਵਾਰੀ ਜਨਮ ਤਾਂ ਦੇ, ਮੈਂ ਤੇਥੋਂ ਕੋਈ ਹੋਰ ਖੁਸ਼ੀਆਂ ਲੋਰੀਆਂ ਦੀ ਮੰਗ ਨਹੀਂ ਕਰਦੀ। ਕਹਿੰਦੇ ਬਾਵਲ ਰੱਬ ਵਰਗਾ ਮਾਵਾਂ ਛਾਵਾਂ ਹੁੰਦੀਆਂ ਨੇ, ਫਿਰ ਕਿਉਂ ਧੀਆਂ ਕਤਲ ਕਰਨ ਦੀਆਂ ਰੋਜ਼ ਸਲਾਹਾਂ ਹੁੰਦੀਆਂ ਨੇ। ਬੀਬੀ ਪੂਰੀਏ ਦੀ ਇਸ ਗੱਲ ਨੂੰ ਵਹਿ ਕੇ ਕਦੇ ਵਿਚਾਰੀ ਮਾਂ, ਨਹੀਂ ਮੰਗਦੀ ਲੋਰੀ ਤੇਥੋਂ, ਜਨਮ ਤਾਂ ਦੇ ਇੱਕ ਵਾਰੀ ਮਾਂ। ਇਹਨਾਂ ਲਾਈਨਾਂ ਵਿੱਚ ਕਵੀ ਕਹਿੰਦਾ ਹੈ ਕਿ ਅਣਜੰਮੀ ਧੀ ਕਹਿ ਰਹੀ ਹੈ ਕਿ ਲੋਕ ਕਹਿੰਦੇ ਹਨ ਕਿ ਜਿਹੜਾ ਪਿਤਾ ਹੈ ਬਾਵਲ ਰੱਬ ਵਰਗਾ, ਜਿਹੜਾ ਪਿਤਾ ਹੈ ਰੱਬ ਦੇ ਸਮਾਨ ਹੁੰਦਾ ਹੈ ਅਤੇ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਹਨ। ਫਿਰ ਮਾਪਿਆਂ ਵੱਲੋਂ ਹੀ ਫਿਰ ਕਿਉਂ ਧੀਆਂ ਕਤਲ ਕਰਨ ਦੀਆਂ ਰੋਜ਼ ਸਲਾਹਾਂ ਹੁੰਦੀਆਂ ਨੇ? ਫਿਰ ਕਹਿੰਦਾ ਉਸ ਮਾਪਿਆਂ ਵੱਲੋਂ ਹੀ ਧੀ ਨੂੰ ਰੋਜ਼ ਕਤਲ ਕਰਨ ਦੀਆਂ ਸਲਾਹਾਂ ਕਿਉਂ ਕੀਤੀਆਂ ਜਾਂਦੀਆਂ ਹਨ? ਕਵੀ ਇਸ ਸੋਚ ਨਾਲ ਸਹਿਮਤ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ, ਜਿਹੜੀਆਂ ਧੀਆਂ ਜਨਮ ਤੋਂ ਪਹਿਲਾਂ ਹੀ ਇੰਨੀਆਂ ਸਮਝਦਾਰ ਹੁੰਦੀਆਂ ਹਨ ਉਹਨਾਂ ਨਾਲ ਇਹ ਨਾਇਨਸਾਫੀ ਕਿਉਂ ਕੀਤੀ ਜਾਂਦੀ ਹੈ? ਉਹਨਾਂ ਨੂੰ ਜਨਮ ਤੋਂ ਪਹਿਲਾਂ ਹੀ ਕਿਉਂ ਮਾਰ ਦਿੱਤਾ ਜਾਂਦਾ ਹੈ? ਅਣਜੰਮੀ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੈਂ ਤੇਥੋਂ ਕੋਈ ਲੋਰੀ ਨਹੀਂ ਮੰਗਦੀ, ਇੱਕ ਵਾਰੀ ਮੈਨੂੰ ਇਸ ਸੰਸਾਰ ਵਿੱਚ ਜਨਮ ਤਾਂ ਦੇ, ਇੱਕ ਵਾਰੀ ਮੈਨੂੰ ਇਸ ਦੁਨੀਆ ਦੇ ਵਿੱਚ ਆਉਣ ਤਾਂ ਦੇ।